ਕੌਮੀ ਇਨਸਾਫ ਮੋਰਚੇ ਦੀ ਅਪੀਲ ਨੂੰ ਸਮਝਦੇ ਹੋਏ ਉਸ ਦਿਨ 13 ਅਗਸਤ ਨੂੰ ਇੱਥੇ ਸੰਗਤਾਂ ਦੇ ਜਿੱਥੇ ਬਚਨ ਸੁਣਨ ਵਾਸਤੇ ਉੱਥੇ ਉਹ ਇੱਕ ਨਵੇਕਲੇ ਤੌਰ ਦਾ ਜਥਾ ਜਿਹੜਾ ਹੋਏਗਾ ਉਹ ਪੂਰਾ ਅਨੁਸ਼ਾਸਨ 'ਚ ਰਹਿ ਕੇ ਕੀਰਤਨ ਕਰਦਾ ਹੋਇਆ ਉੱਥੇ ਪਹੁੰਚੇਗਾ। ਸੋ ਸਾਡੀ ਬੇਨਤੀ ਹੈ ਸੰਗਤਾਂ ਨੂੰ ਉੱਥੇ ਵੱਧ ਤੋਂ ਵੱਧ ਪਹੁੰਚਣਾ। ਕੌਮ ਦਾ ਦਰਦ ਸਮਝਦੇ ਹੋਏ ਮਹਾਂਪੁਰਸ਼ ਜਿਹੜੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਲਗਾਤਾਰ ਇੱਕ ਦਿਨ ਦਾ 2 ਦਿਨ ਦਾ ਪ੍ਰੋਗਰਾਮ ਦੇ ਰਹੇ ਹਨ ਜੋ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਹੁੰਦਾ। ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਦੇਖੋ 15 ਅਗਸਤ ਦਾ ਪ੍ਰੋਗਰਾਮ ਜਿਹੜਾ ਪਹਿਲਾਂ ਹੀ ਲਿਖਿਆ ਵਾ, ਕਿਉਂਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਮੋਰਚਾ ਲਾਇਆ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ। ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਇੱਕ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਵੇਗਾ। ਜਿਹੜੀ ਆਜ਼ਾਦੀ ਹੈ ਅਖੌਤੀ ਆਜ਼ਾਦੀ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੀ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਪਰੰਤੂ ਉਹ ਜਿੰਨੇ ਸਾਡੇ ਬਣਦੇ ਹੱਕ ਸੀ ਉਹ ਨਹੀਂ ਦੇ ਰਹੇ। ਸਾਡੇ ਨਾਲ ਜਿੱਥੇ ਸਰਕਾਰਾਂ ਵਿਤਕਰਾ ਕਰ ਰਹੀਆਂ ਉੱਥੇ ਕੋਰਟਾਂ ਵੀ ਵਿਤਕਰਾ ਕਰ ਰਹੀਆਂ। ਕਿਉਂਕਿ ਕੱਲ ਜਿਹੜੀ 10 ਅਗਸਤ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਤਰੀਕ ਸੀ, ਮੋਹਾਲੀ ਕੋਰਟ ਵਿੱਚ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ, ਜਦੋਂ ਕਿ ਕੋਰਟ ਨੇ ਕੁਝ ਦਿਨ ਪਹਿਲਾਂ ਉਹਨਾਂ ਦੇ ਪ੍ਰੋਡਕਸ਼ਨ ਵਾਰੰਟ ਜੇਲ੍ਹ ਨੂੰ ਭੇਜੇ ਸੀ ਕਿ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤਾ ਜਾਵੇ। ਸੋ ਅਸੀਂ 15 ਅਗਸਤ ਨੂੰ ਜਿਹੜੀ ਕਾਲ ਦਿੱਤੀ ਹੈ, ਸੰਗਤਾਂ ਨੂੰ ਅਪੀਲ ਹੈ ਕਿ ਇਹ ਇੱਕ ਕੌਮ ਦਾ ਦਰਦ ਹੈ। ਉਸ ਕੌਮ ਦੇ ਦਰਦ ਨੂੰ ਪਛਾਣਦੇ ਹੋਏ ਆਪਣਾ ਫਰਜ਼ ਪਛਾਣਦੇ ਹੋ ਉੱਥੇ ਵਹੀਰਾਂ ਘੱਤ ਕੇ ਪਹੁੰਚੋ ਕੌਮੀ ਇਨਸਾਫ ਮੋਰਚੇ ਵਿੱਚ। ਸਰਕਾਰ ਇਹ ਸਾਡੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਉਠਾਵੇ। ਜੇਕਰ ਸਰਕਾਰ ਨੇ ਕੋਈ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਜ਼ਿੰਮੇਵਾਰ ਸਰਕਾਰ। ਕੈਬਨਿਟ ਮੰਤਰੀਆਂ ਨੇ ਵੀ ਪ੍ਰਸ਼ਾਸਨ ਨੇ ਸਾਡੀ ਇੱਕ ਵੀ ਮੰਗ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦਿੱਤਾ। ਉੱਦਾਂ ਹੀ ਹਜੇ ਜਿਹੜੇ ਸਿੰਘ ਨੇ ਜੇਲ੍ਹਾਂ ਵਿੱਚ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਈ ਕੋਈ ਹਜੇ ਤੱਕ ਕਾਨੂੰਨ ਸਖਤ ਬਣਿਆ ਨਹੀਂ। ਸੰਗਤਾਂ ਨੂੰ ਅਪੀਲ ਹੈ ਜਿਹੜੇ ਆਵਾਜ਼ ਸੁਣਦੇ ਨੇ ਉਹ ਵੱਧ ਤੋਂ ਵੱਧ ਸੰਗਤਾਂ ਇਸ ਪ੍ਰੋਗਰਾਮ ਦਾ ਲਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਪ੍ਰੈਸ ਕਾਨਫਰੰਸ ਆ ਤੁਹਾਨੂੰ ਵਿਸ਼ੇਸ਼ ਤੌਰ ਤੇ ਇਸ ਕਰਕੇ ਸੱਦਿਆ ਹੈ। ਇਹ ਪਹਿਲੀ ਵਾਰੀ ਕੌਮੀ ਇਨਸਾਫ ਮੋਰਚੇ ਦੇ ਸੱਦੇ ਪੱਤਰ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਪੋਸਟਰ ਵੀ ਜਾਰੀ ਕੀਤਾ, ਤੁਸੀਂ ਸਾਰਿਆਂ ਨੇ ਦੇਖ ਲਿਆ, ਫੋਟੋ ਕਾਪੀ ਲੈ ਲਈ ਹੈ। ਇੱਥੇ ਘੱਟ ਤੋਂ ਘੱਟ ਵੀ 60 ਮਹਾਂਪੁਰਖ ਸੰਤ ਮਹਾਤਮਾ ਜਿਨ੍ਹਾਂ ਦੀ ਸਾਲ ਦੀ ਬੁਕਿੰਗ ਰਹਿੰਦੀ, 6 ਮਹੀਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਉਹ ਇੱਥੇ ਕੌਮੀ ਇਨਸਾਫ ਮੋਰਚੇ ਦੇ ਸੱਦੇ ਪੱਤਰ ਤੇ ਆ ਰਹੇ ਨੇ। 2-3 ਘੰਟੇ ਕੀਰਤਨ ਕਰਨਗੇ। ਉਸ ਤੋਂ ਬਾਅਦ ਜੋ 31 ਮੈਂਬਰੀ ਜਿਸ ਤਰ੍ਹਾਂ ਜਥਾ ਜਾਂਦਾ ਉਸ CM ਦੀ ਕੋਠੀ ਵੱਲ ਨੂੰ ਉਹਨੂੰ ਜਗਾਉਣ ਲਈ, ਘੂਕ ਨੀਂਦ ਸੁੱਤੇ ਨੂੰ ਜਗਾਉਣ ਲਈ CM ਜਦੋਂ ਮੋਰਚਾ ਲੱਗਾ, ਚਾਹੇ ਭਾਈ ਗੁਰਬਖਸ਼ ਸਿੰਘ ਦਾ ਲੱਗਾ ਅੰਮ੍ਰਿਤਸਰ, ਭਾਈ ਸੂਰ ਸਿੰਘ ਦਾ ਲੱਗਾ ਮੋਰਚਾ, ਉਹਦੇ ਕੋਲ ਆ ਕੇ ਬੈਠ ਕੇ ਚਾਹ ਪਾਣੀ ਪੀਂਦਾ ਸੀ। ਆਖਦਾ ਸੀ ਕਿ ਇਹ ਜਿਹੜੇ ਤੁਹਾਡੀਆਂ ਮੰਗਾਂ ਜਾਇਜ਼ ਨੇ, ਇਹ ਬਿਲਕੁਲ ਤੁਹਾਡੀਆਂ ਜਾਇਜ਼ ਮੰਗਾਂ ਨੇ। ਜਦੋਂ ਸਾਡੀ ਕੋਈ ਸਰਕਾਰ ਪਾਵਰ 'ਚ ਆਈ, ਮੇਰਾ ਹਰਾ ਪੈਨ ਚੱਲੇਗਾ ਤੇ ਤੁਰੰਤ ਇਹ ਬੰਦੀ ਸਿੰਘ ਰਿਹਾ ਹੋਣਗੇ। ਜਦੋਂ ਦਾ ਮੋਰਚਾ ਲੱਗਾ ਉਹਦੇ ਨੇ ਸਾਡੇ ਨਾਲ 2 ਵਾਰੀ ਉਹਨਾਂ ਦੇ ਕੈਬਨਿਟ ਮੰਤਰੀ ਨਾਲ ਜ਼ਰੂਰ ਗੱਲ ਹੋਈ, ਉਹਦੇ ਨਾਲ ਕਦੇ ਵੀ ਗੱਲ ਨਹੀਂ ਹੋਈ, ਕਦੇ ਉਹਨੇ ਗੱਲ ਨਹੀਂ ਕੀਤੀ। ਕੈਬਨਿਟ ਮੰਤਰੀਆਂ ਨੇ ਵੀ, ਪ੍ਰਸ਼ਾਸਨ ਨੇ ਸਾਡੀ ਇੱਕ ਵੀ ਮੰਗ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦਿੱਤਾ। ਉੱਦਾਂ ਹੀ ਹਜੇ ਜਿਹੜੇ ਸਿੰਘ ਨੇ ਜੇਲ੍ਹਾਂ ਵਿੱਚ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਈ ਕੋਈ ਹਜੇ ਤੱਕ ਕਾਨੂੰਨ ਸਖਤ ਬਣਿਆ ਨਹੀਂ। ਜਿਹੜੇ ਬਾਈਬਲ ਕਲਾਂ ਗੋਲੀ ਕਾਂਡ ਵਿੱਚ ਸਿੰਘ ਸ਼ਹੀਦ ਹੋਏ ਉਹਨਾਂ ਲਈ ਕੋਈ ਸਾਨੂੰ ਨਿਆਂ ਨਹੀਂ ਮਿਲਿਆ। ਇਸ ਕਰਕੇ ਅਸੀਂ ਸੰਤ ਮਹਾਂਪੁਰਖ ਆ ਰਹੇ ਨੇ, ਉਦਣ ਉਹ ਅਰਦਾਸ ਕਰਨਗੇ ਕਿ ਉਸ CM ਨੂੰ ਸਮੱਤ ਬਖਸ਼। ਜਿੰਨਾ ਚਿਰ ਉਹ CM ਨਹੀਂ ਸੀ, ਆਮ ਆਦਮੀ ਸੀ, ਲੋਕਾਂ ਵਿੱਚ ਵਿਚਰਦਾ ਸੀ, ਲੋਕਾਂ ਦੀਆਂ ਮੰਗਾਂ ਦਾ ਪਤਾ ਸੀ। ਹੁਣ ਉਹਨੂੰ ਇਸ ਜੰਗਲ ਬਿਆਬਾਨ ਸੜਕ ਦੇ ਕਿਨਾਰੇ ਲੱਗਾ ਹੋਇਆ ਮੋਰਚਾ ਨਹੀਂ ਦਿਸ ਰਿਹਾ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਉਹਨੂੰ ਦਿਸ ਰਿਹਾ। ਇੱਥੇ ਸਾਡੀਆਂ ਜਿਹੜੀਆਂ ਬਜ਼ੁਰਗ ਮਾਵਾਂ, ਭੈਣਾਂ, ਧੀਆਂ, ਬੱਚੇ, ਬਜ਼ੁਰਗ ਸੜਕਾਂ ਦੇ ਕਿਨਾਰੇ ਉਹਨੂੰ ਦਿਸਦੇ ਨੇ। ਸਾਡੀਆਂ ਕੋਈ ਮੰਗ ਨਹੀਂ ਮੰਨ ਰਿਹਾ। ਉਹਨੂੰ ਜਗਾਉਣ ਵਾਸਤੇ, ਉਹਦੇ ਵਾਸਤੇ ਉਹਨੂੰ ਮਾਲਕ ਸਮੱਤ ਬਖਸ਼ੇ, ਉਹਨੂੰ ਜਗਾਉਣ ਵਾਸਤੇ ਅਰਦਾਸ ਕਰਨੀ। ਐਡੇ ਮਹਾਂਪੁਰਖ ਪਹੁੰਚ ਰਹੇ ਨੇ। 13 ਅਗਸਤ ਜੋ ਪਰਸੋਂ ਨੂੰ ਆ ਰਿਹਾ, 10 ਵਜੇ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਪਹੁੰਚ ਜਾਣਾ ਵਾ। ਉਸ ਵਾਸਤੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ, ਪੋਸਟਰ ਜਾਰੀ ਕੀਤਾ। ਸੰਗਤਾਂ ਨੂੰ ਅਪੀਲ ਹੈ ਜਿਹੜੇ ਆਵਾਜ਼ ਸੁਣਦੇ ਨੇ
ਉਹ ਵੱਧ ਤੋਂ ਵੱਧ ਸੰਗਤਾਂ ਇਸ ਪ੍ਰੋਗਰਾਮ ਦਾ ਲਾਹਾ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜੋ 1 ਜੁਲਾਈ ਤੋਂ ਕੌਮ ਦਾ ਦਰਦ ਸਮਝਦੇ ਹੋਏ ਮਹਾਂਪੁਰਸ਼ ਜਿਹੜੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਲਗਾਤਾਰ 1 ਦਿਨ ਦਾ 2 ਦਿਨ ਦਾ ਪ੍ਰੋਗਰਾਮ ਦੇ ਰਹੇ ਹਨ, ਜੋ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਹੁੰਦਾ। ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਉੱਥੇ ਜਿਹੜੇ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ, ਉਹਦਾ ਪ੍ਰਚਾਰ ਉਹ ਬਹੁਤ ਵੱਡੇ ਪੱਧਰ 'ਤੇ ਕਰ ਰਹੇ ਹਨ, ਕਿਉਂਕਿ ਉਹਨਾਂ ਦੀਆਂ ਕਮਾਈਆਂ ਸੰਗਤਾਂ ਉਹਨਾਂ ਨਾਲ ਜੁੜੀ ਵੀਆਂ। ਸੋ ਹਮੇਸ਼ਾ ਉਹ ਸੰਗਤਾਂ ਨੂੰ ਇਹੀ ਅਪੀਲ ਕਰਦੇ ਆ ਵੀ ਜਿਹੜਾ ਇਹ ਮੋਰਚਾ ਲੱਗਿਆ ਕੌਮੀ ਮੁੱਦਿਆਂ ਨੂੰ ਲੱਗਿਆ, ਕੌਮ ਦਾ ਫਰਜ਼ ਬਣਦਾ ਇਸ ਮੋਰਚੇ ਦਾ ਸਾਥ ਦਿੱਤਾ ਜਾਵੇ। ਸੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ 13 ਅਗਸਤ ਨੂੰ ਇੱਕ ਉਹਨਾਂ ਨੇ ਪ੍ਰੋਗਰਾਮ ਲਿਖਿਆ, ਜਿੰਨੇ ਵੀ ਮਹਾਂਪੁਰਸ਼ ਹੈ ਤਕਰੀਬਨ 50-60 ਬਹੁਤ ਵੱਡੀ ਗਿਣਤੀ ਵਿੱਚ 10 ਵਜੇ ਇੱਥੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚ ਕੇ 1 ਵਜੇ ਤੱਕ ਉਹ ਕੀਰਤਨ ਕਰਨਗੇ। ਉਸ ਤੋਂ ਬਾਅਦ ਜਿਹੜਾ 31 ਸਿੰਘਾਂ ਦਾ ਜਥਾ ਅਸੀਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਭੇਜਿਆ ਜਾ ਰਿਹਾ, ਉਹ ਜਥਾ ਵਿਸ਼ੇਸ਼ ਹੋਏਗਾ। ਉਸ ਦਿਨ ਉਹ ਮਹਾਂਪੁਰਸ਼ ਹੀ ਉਹ 31 ਸਿੰਘਾਂ ਦਾ ਜਥੇ ਦੀ ਅਗਵਾਈ ਕਰਨਗੇ, ਆਪ ਜਾਣਗੇ। ਸੋ ਸੰਗਤਾਂ ਨੂੰ ਅਪੀਲ ਹੈ, ਕੌਮੀ ਇਨਸਾਫ ਮੋਰਚੇ ਦੀ ਅਪੀਲ ਨੂੰ ਸਮਝਦੇ ਹੋਏ ਉਸ ਦਿਨ 13 ਅਗਸਤ ਨੂੰ ਇੱਥੇ ਸੰਗਤਾਂ ਦੇ ਜਿੱਥੇ ਬਚਨ ਸੁਣਨ ਵਾਸਤੇ ਉੱਥੇ ਉਹ ਇੱਕ ਨਵੇਕਲੇ ਤੌਰ ਦਾ ਜਥਾ ਜਿਹੜਾ ਹੋਏਗਾ, ਉਹ ਪੂਰਾ ਅਨੁਸ਼ਾਸਨ 'ਚ ਰਹਿ ਕੇ ਕੀਰਤਨ ਕਰਦਾ ਹੋਇਆ ਉੱਥੇ ਪਹੁੰਚੇਗਾ। ਸੋ ਸਾਡੀ ਬੇਨਤੀ ਹੈ ਸੰਗਤਾਂ ਨੂੰ ਉੱਥੇ ਵੱਧ ਤੋਂ ਵੱਧ ਪਹੁੰਚਣ ਉਸ ਦਿਨ, ਤਾਂ ਕਿ ਸੁੱਤੀਆਂ ਸਰਕਾਰਾਂ ਦੀਆਂ ਅਸੀਂ ਜ਼ਮੀਰਾਂ ਨੂੰ ਜਗਾ ਚੁੱਕੇ। ਸੋ ਸੰਤ ਮਹਾਂਪੁਰਸ਼ ਪਹੁੰਚ ਰਹੇ ਆ, ਉਸ ਦਿਨ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਣਗੀਆਂ। ਬਾਬਾ ਜੀ ਇਸ ਤੋਂ ਇਲਾਵਾ ਕੋਈ 15 ਅਗਸਤ ਦਾ ਹੋਰ ਪ੍ਰੋਗਰਾਮ ਲਿਖਿਆ ਹੋਵੇ? ਦੇਖੋ 15 ਅਗਸਤ ਦਾ ਪ੍ਰੋਗਰਾਮ ਜਿਹੜਾ ਪਹਿਲਾਂ ਹੀ ਲਿਖਿਆ ਵਾ, ਕਿਉਂਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਮੋਰਚਾ ਲਾਇਆ, ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ, ਸਰਕਾਰਾਂ ਗੱਲ ਕਰਨ ਵਾਸਤੇ ਤਿਆਰ ਨਹੀਂ। ਸੋ ਅਸੀਂ ਇੱਕ 15 ਅਗਸਤ ਦੀ ਸੰਗਤਾਂ ਨੂੰ ਕਾਲ ਦਿੱਤੀ ਹੈ ਕਿ ਇੱਥੇ ਤੋਂ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਇੱਕ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਵੇਗਾ, ਜਿਹਦਾ ਰੋਡ ਮੈਪ 1-2 ਦਿਨ 'ਚ ਤਿਆਰ ਹੋਵੇਗਾ। ਸੋ ਅਸੀਂ ਸ਼ਾਂਤਮਈ ਰਹਿ ਕੇ, ਜਿਸ ਤਰ੍ਹਾਂ ਇੱਕ 26 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਮਾਰਚ ਕੱਢਿਆ ਗਿਆ ਸੀ, ਉਸੇ ਤਰ੍ਹਾਂ 'ਤੇ ਅਸੀਂ ਇਹਨਾਂ ਸਰਕਾਰਾਂ ਦੀਆਂ ਜ਼ਮੀਰਾਂ ਨੂੰ ਜਗਾਉਣ ਵਾਸਤੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਉਹ ਦੱਸਣ ਵਾਸਤੇ ਕਿ ਜਿਹੜੀ ਆਜ਼ਾਦੀ ਹੈ, ਅਖੌਤੀ ਆਜ਼ਾਦੀ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੀ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਪਰੰਤੂ ਉਹ ਜਿੰਨੇ ਸਾਡੇ ਬਣਦੇ ਹੱਕ ਸੀ ਉਹ ਨਹੀਂ ਦੇ ਰਹੇ। ਸਾਡੇ ਨਾਲ ਜਿੱਥੇ ਸਰਕਾਰਾਂ ਵਿਤਕਰਾ ਕਰ ਰਹੀਆਂ, ਉੱਥੇ ਕੋਰਟਾਂ ਵੀ ਵਿਤਕਰਾ ਕਰ ਰਹੀਆਂ। ਕਿਉਂਕਿ ਕੱਲ੍ਹ ਜਿਹੜੀ 10 ਅਗਸਤ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਤਰੀਕ ਸੀ, ਮੋਹਾਲੀ ਕੋਰਟ ਵਿੱਚ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ, ਜਦੋਂ ਕਿ ਕੋਰਟ ਨੇ ਕੁਝ ਦਿਨ ਪਹਿਲਾਂ ਉਹਨਾਂ ਦੇ ਪ੍ਰੋਡਕਸ਼ਨ ਵਾਰੰਟ ਜੇਲ੍ਹ ਨੂੰ ਭੇਜੇ ਸੀ ਕਿ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤਾ ਜਾਵੇ, ਪਰੰਤੂ ਸਰਕਾਰਾਂ ਹੀ ਉਸ ਕਾਨੂੰਨ ਦੀ ਉਲੰਘਣਾ ਕਰਦੀਆਂ। ਸੋ ਅਸੀਂ 15 ਅਗਸਤ ਨੂੰ ਜਿਹੜੀ ਕਾਲ ਦਿੱਤੀ ਹੈ, ਸੰਗਤਾਂ ਨੂੰ ਅਪੀਲ ਹੈ ਕਿ ਇਹ ਇੱਕ ਕੌਮ ਦਾ ਦਰਦ ਹੈ, ਉਸ ਕੌਮ ਦੇ ਦਰਦ ਨੂੰ ਪਛਾਣਦੇ ਹੋਏ ਆਪਣਾ ਫਰਜ਼ ਪਛਾਣਦੇ ਹੋ, ਉੱਥੇ ਵਹੀਰਾਂ ਘੱਤ ਕੇ ਪਹੁੰਚੋ ਕੌਮੀ ਇਨਸਾਫ ਮੋਰਚੇ ਵਿੱਚ, ਤਾਂ ਕਿ ਅਸੀਂ ਉਹ ਸ਼ਾਂਤਮਈ ਰੋਸ ਮਾਰਚ ਹੈ ਜਿਹੜਾ ਉਹ ਕੱਢਿਆ ਜਾਵੇ। ਸੋ ਸੰਗਤਾਂ ਨੂੰ ਇਹ ਕੌਮੀ ਇਨਸਾਫ ਮੋਰਚੇ ਵੱਲੋਂ ਅਪੀਲ ਹੈ। ਪ੍ਰਸ਼ਾਸਨ ਨਾਲ ਵੈਸੇ ਪਿਛਲੀ ਵਾਰ ਤੁਸੀਂ ਕਿਹਾ ਸੀ ਪ੍ਰਸ਼ਾਸਨ ਦੇ ਨਾਲ ਹਜੇ ਮੀਟਿੰਗ ਕਰਨੀ ਹੈ, ਰੋਡ ਮੈਪ। ਦੇਖੋ ਜੀ, ਅਸੀਂ ਇਹ ਪ੍ਰਸ਼ਾਸਨ ਨੇ ਡਿਸਾਈਡ ਕਰਨਾ ਸਾਨੂੰ ਕਿਹੜੇ ਲਿਜਾਣਾ, ਕਿੱਥੋਂ ਸੇਫ ਹੈ, ਕਿਹੜੀ ਜਗ੍ਹਾ ਸਹੀ ਹੈ। ਸਾਡਾ ਜਿਹੜਾ ਮੋਰਚੇ ਦਾ ਐਲਾਨ ਹੈ ਉਹ 15 ਅਗਸਤ ਨੂੰ ਚੰਡੀਗੜ੍ਹ ਵਿੱਚ ਰੋਸ ਮਾਰਚ ਦਾ। ਦੂਸਰਾ, ਇਹ ਪਹਿਲੀ ਵਾਰੀ ਹੋਏਗਾ ਜਿੰਨੇ ਮਹਾਂਪੁਰਖ ਪਰਸੋਂ ਨੂੰ ਆ ਰਹੇ ਤੇ ਸਾਰੇ ਮੋਰਚੇ ਦੀ ਅਗਵਾਈ ਕਰਨ ਉਸ ਦਿਨ ਰੋਸ ਮਾਰਚ ਦੀ 15 ਅਗਸਤ। ਇਹ ਪਹਿਲੀ ਵਾਰੀ ਚੰਡੀਗੜ੍ਹ ਦੀ ਧਰਤੀ ਤੇ ਹੋਏਗਾ। ਐਡਾ ਵੱਡੀ ਇਕੱਤਰਤਾ ਸੰਤਾਂ ਮਹਾਂਪੁਰਖ ਦੀ ਤੇ ਸ਼ਾਂਤਮਈ ਢੰਗ ਨਾਲ ਇਹ ਰੋਸ ਮਾਰਚ ਜਿਹੜਾ ਅਸੀਂ ਚੰਡੀਗੜ੍ਹ ਕਰਨਾ, ਇਹ ਮਹਾਂਪੁਰਖ ਅੱਗੇ ਅਗਵਾਈ ਕਰਨ। ਸਤਿ ਸ੍ਰੀ ਅਕਾਲ। ਤਰੀਕ ਦੇ ਲਈ ਗੱਲਬਾਤ ਚੱਲ ਰਹੀ ਹੈ ਤੁਹਾਡੀ ਚੰਡੀਗੜ੍ਹ ਏਜੀ ਯੂਟੀ ਨਾਲ ਜਾਂ ਪੰਜਾਬ ਏਜੀ ਦੇ ਨਾਲ?
ਦੇਖੋ ਪਿਛਲੇ ਦਿਨ ਸਾਡੀ ਇੱਕ ਮੀਟਿੰਗ ਹੋਈ ਸੀ ਯੂਟੀ ਦੇ ਡੀਜੀਪੀ ਡੀਆਈਜੀ ਆਈਜੀ ਇੰਟੈਲੀਜੈਂਸੀ ਆਈਜੀ ਪੰਜਾਬ ਇਹਨਾਂ ਦੀ ਕਾਫੀ ਟੀਮ ਸੀ ਜਿਨ੍ਹਾਂ ਨਾਲ ਮੀਟਿੰਗ ਹੋਈ। ਅਸੀਂ ਇੱਕ ਗੱਲ ਕਹੀ ਸੀ ਵੀ ਦੇਖੋ 2 ਮਹੀਨੇ 2 ਦਿਨ ਪ੍ਰਸ਼ਾਸਨ ਨੇ ਸਾਨੂੰ ਕੋਈ ਇੱਥੇ ਰਸਤਾ ਰੋਕਣ ਦੇ ਖਿਲਾਫ ਕੋਈ ਗੱਲ ਨਹੀਂ ਕਹੀ, ਨਾ ਖੁਲਵਾਉਣ ਦੀ ਗੱਲ ਕਰੀ, ਪਰੰਤੂ ਇੱਕ ਬੰਦਾ ਜਿਹੜਾ ਸਿਮਰਨ ਸਿੰਘ ਹੈ ਉਹ ਹੈਂਡੀਕੈਪਟ ਹੈ, ਉਹਦਾ ਇੱਕ ਹਵਾਲਾ ਦੇ ਕੇ ਕਿ ਉਹਨੇ ਕੋਰਟ 'ਚ ਅਪੀਲ ਪਾਈ ਹੈ ਵੀ ਇਹ ਰਸਤਾ ਖਿਲਾਇਆ ਜਾਵੇ, ਮੈਨੂੰ ਆਉਣ ਜਾਣ 'ਚ ਪਰੇਸ਼ਾਨੀ ਹੁੰਦੀ ਹੈ। ਪਰ ਅਸੀਂ ਸਪਸ਼ਟ ਕਰਦੇ ਹਾਂ ਕਿ ਇਹਨਾਂ 'ਚ ਜਾਨ ਨਹੀਂ, ਜਿਹੜੇ ਇੱਥੇ ਲੱਖਾਂ ਜੀ ਇੱਥੇ ਸੜਕਾਂ 'ਤੇ ਰੁਲ ਰਿਹਾ ਇਨਸਾਫ ਲੈਣ ਲਈ। ਸਾਡੀ ਮੰਗਾਂ ਜਿਹੜੀ ਜਾਇਜ਼ ਹੈ, ਗੈਰ ਕਾਨੂੰਨੀ ਕਿ ਕਾਨੂੰਨ ਦੇ ਦਾਇਰੇ 'ਚ ਹੈ। ਸੋ ਸਰਕਾਰ ਨੂੰ ਸਾਡੀ ਵੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਜੇ ਇੱਕ ਬੰਦੇ ਵਾਸਤੇ ਸਰਕਾਰ ਵੀ ਐਕਸ਼ਨ 'ਚ ਆਉਂਦੀ ਹੈ, ਕੋਰਟਾਂ ਵੀ ਐਕਸ਼ਨ 'ਚ ਆਉਂਦੀਆਂ, ਪਰੰਤੂ ਜਿਹੜਾ ਇੱਕੋ ਹੈਂਡੀਕੈਪਟ ਹੈ, ਦੂਜੇ ਪਾਸੇ ਮੇਰਾ ਖਿਆਲ ਹੈ ਹਜ਼ਾਰਾਂ ਹੈਂਡੀਕੈਪਟ ਇਸ ਮੋਰਚੇ 'ਚ ਸ਼ਾਮਲ ਹੋਏ ਹੈ। ਸੋ ਉਹ ਤਕਰੀਬਨ 3 ਵਾਰੀ ਜਿਹੜਾ ਜਥਾ ਭੇਜਿਆ ਗਿਆ ਉਹ ਹੈਂਡੀਕੈਪਟਾਂ ਵੱਲੋਂ ਹੀ ਭੇਜਿਆ ਗਿਆ ਕਿ ਉਹਨਾਂ ਦੀ ਵੀ ਕਦਰ ਨਹੀਂ ਕਰਨੀ ਚਾਹੀਦੀ। ਸੋ ਸਰਕਾਰ ਨੂੰ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈਣੇ ਚਾਹੀਦੇ ਵੀ ਕਿ ਜ਼ਬਰਦਸਤੀ, ਜੇ ਕਿਤੇ ਜ਼ਬਰਦਸਤੀ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕਰੀ ਉਹਦਾ ਅਸੀਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ, ਕਿਉਂਕਿ ਸਾਡਾ ਇਤਿਹਾਸ ਹੈ। ਸੋ ਸਰਕਾਰਾਂ ਇਸ ਤਰ੍ਹਾਂ ਦਾ ਸਟੈਪ ਚੁੱਕਣ ਦੀ ਕੋਸ਼ਿਸ਼ ਨਾ ਕਰਨ। 17 ਅਗਸਤ ਨੂੰ ਰਸਤਾ ਜ਼ਬਰਦਸਤੀ ਖੋਲ੍ਹਣ ਦਾ, ਅਸੀਂ ਰਸਤਾ ਖੋਲ੍ਹਣ ਨੂੰ ਤਿਆਰ ਹੈ। ਸਾਨੂੰ ਜਿਹੜੇ ਮੰਗਾਂ 'ਤੇ ਅਸੀਂ ਮੋਰਚਾ ਲਾਇਆ ਸਾਨੂੰ ਇਨਸਾਫ ਦੇਣ। ਅਸੀਂ ਤਾਂ ਸ਼ਾਮ ਨੂੰ ਸਰਕਾਰ ਦਾ ਧੰਨਵਾਦ ਕਰਕੇ ਰਸਤਾ ਖੋਲ੍ਹ ਕੇ ਆਪਣੇ ਘਰਾਂ ਨੂੰ ਚਲੇ ਜਾਣਾ। ਸੋ ਸਾਡੀ ਮਜਬੂਰੀ ਹੈ, ਸਰਕਾਰ ਇਹ ਸਾਡੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਉਠਾਵੇ। ਜੇਕਰ ਸਰਕਾਰ ਨੇ ਕੋਈ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਵੇ। ਪ੍ਰੋਟੈਸਟ ਦੀ ਕਦੀ ਵੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ। ਪ੍ਰੋਟੈਸਟ ਜਿਹੜੇ ਕੀਤਾ ਹੁੰਦੇ ਨੇ ਕੀਤੇ ਜਾਂਦੇ ਨੇ, ਜੋ ਵੀ ਸੰਗਤ ਦੇ ਰੋਹ ਅੱਗੇ ਜਿੱਦਾਂ 26 ਜਨਵਰੀ ਦਾ ਅਸੀਂ ਮਾਰਚ ਕੱਢਿਆ ਸੀ, ਉਦੋਂ ਵੀ ਕੋਈ ਪਰਮਿਸ਼ਨ ਨਹੀਂ ਦਿੱਤੀ ਸੀ। ਇਸੇ ਤਰ੍ਹਾਂ ਜਿਹੜਾ 15 ਅਗਸਤ ਨੂੰ ਆਪਾਂ ਬੜੇ ਸ਼ਾਂਤਮਈ ਨਾਲ ਇਹਦਾ ਰੋਸ ਮਾਰਚ ਅਸੀਂ ਕੱਢਾਂਗੇ। ਇੱਕ ਤੁਹਾਡੇ ਧਿਆਨ 'ਚ ਲਿਆ ਦਈਏ, ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਵੱਲੋਂ 2 ਪ੍ਰੋਟੈਸਟ ਕਰੇ ਸੀ ਚੰਡੀਗੜ੍ਹ ਵਿੱਚ, ਜਿਨ੍ਹਾਂ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਲਾਠੀ ਚਾਰਜ ਵੀ ਕੀਤਾ। ਕੀ ਉਸ ਆਮ ਆਦਮੀ ਪਾਰਟੀ ਨੇ ਉਹਦੀ ਪਰਮਿਸ਼ਨ ਲਈ ਸੀ? ਜਿਹੜਾ ਉਹਨਾਂ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਉੱਥੇ ਰੋਸ ਮਾਰਚ ਕੱਢਿਆ ਸੀ, ਇਸ ਕਰਕੇ ਕੋਈ ਉਹ ਨਹੀਂ, ਅਸੀਂ ਸ਼ਾਂਤਮਈ ਕੱਢਣਾ, ਕੋਈ ਸਾਨੂੰ ਇਸ ਦੀ ਲੋੜ ਨਹੀਂ। ਅੱਜ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਚੰਡੀਗੜ੍ਹ ਦੇ ਦੋਨਾਂ ਕੇਸਾਂ 'ਚ ਪੇਸ਼ੀ ਸੀ। 11 ਤਰੀਕ ਰੱਖਣ ਦਾ ਇੱਕ ਸਪੈਸ਼ਲ ਪਰਪਸ ਸੀ, ਇਸ ਕਰਕੇ ਰਖਾਈ ਸੀ ਕਿ 10 ਤਰੀਕ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਕੋਰਟ 'ਚ ਪੇਸ਼ ਕੀਤਾ ਜਾਣਾ ਹੈ ਤੇ 11 ਤਰੀਕ ਨੂੰ ਜਿਹੜਾ ਉਹਨਾਂ ਨੂੰ ਫਿਜ਼ੀਕਲੀ ਚੰਡੀਗੜ੍ਹ ਦੀ ਅਦਾਲਤ 'ਚ ਪੇਸ਼ ਕਰਕੇ ਜਿਹੜਾ ਚਾਰਜ ਲੱਗੇਗਾ। ਪਰ ਕੇਸ ਬਹੁਤ ਪੁਰਾਣੇ ਨੇ, 2005 ਦੇ ਕੇਸ ਨੇ, ਇਸ ਕਰਕੇ ਜਿਹੜਾ ਚਾਰਜ ਦੀ ਪ੍ਰਕਿਰਿਆ ਵੀਸੀ ਰਾਹੀਂ ਜਥੇਦਾਰ ਸਾਹਿਬ ਨੇ ਵੀ ਜਿਹੜੀਆਂ ਸੈਕਸ਼ਨਸ ਪਾਸ ਕਰਤੀਆਂ ਕਿ ਤੁਸੀਂ ਮੇਰਾ ਜਿਹੜਾ ਚਾਰਜ ਆ ਵੀਸੀ ਰਾਹੀਂ ਲਾ ਦਿਓ। ਤੇ ਸਰਦਾਰ ਅਮਰ ਸਿੰਘ ਚਾਹਲ ਤੇ ਅਸੀਂ ਬਾਕੀ ਵਕੀਲ ਜਿਹੜੇ ਅਸੀਂ ਪੇਸ਼ ਹੋਏ, ਇਸ ਗੱਲ ਨੂੰ ਅਸੀਂ ਵੀ ਇੰਡੋਰਸ ਕਰਤਾ ਕਿ ਜੇ ਵੀਸੀ ਰਾਹੀਂ ਲੱਗਦਾ ਚਾਰਜ ਤੇ ਚਾਰਜ ਉਹਨਾਂ ਨੇ ਜਿਹੜਾ ਲਾਤਾ ਹੈ ਤੇ ਜਿਹੜੀਆਂ ਚਲਾਨ ਦੀਆਂ ਕਾਪੀਆਂ ਉਹ ਜਿਹੜੀਆਂ ਸਪਲਾਈ ਕਰਨਗੇ। ਇਸ ਤਰੀਕੇ ਦੇ ਨਾਲ ਹੁਣ ਅਗਲੀ ਜਿਹੜੀ ਉਹਨਾਂ ਦੀ ਇਸ ਕੇਸ ਦੇ ਵਿੱਚ ਜਿਹੜੀ ਗਵਾਹੀਆਂ ਸ਼ੁਰੂ ਹੋਣਗੀਆਂ, ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਜਿਹੜਾ ਫਿਜ਼ੀਕਲੀ ਪੇਸ਼ ਕਰਨ। ਪਰ ਇਸ ਵੇਲੇ ਕੋਈ ਇੱਦਾਂ ਦਾ ਆਲਾ ਦੁਆਲਾ ਨਾ ਜੁਡੀਸ਼ਰੀ ਨਾ ਐਗਜ਼ੈਕਟਿਵ ਤੇ ਨਾ ਹੀ ਕੋਈ ਪੋਲੀਟੀਕਲ ਸਿਸਟਮ ਉਹਨਾਂ ਨੂੰ ਪੇਸ਼ ਕਰਨ ਨੂੰ ਤਿਆਰ ਆ। ਇਹ ਇੱਥੇ ਤੱਕ ਜਿਹੜਾ ਮੋਹਾਲੀ ਦੀ ਅਦਾਲਤ ਨੇ ਜਿਹੜਾ ਪਿਛਲੀ ਦਿਨੀ ਆਰਡਰ ਪਾਸ ਕੀਤਾ ਸੀ ਪ੍ਰੋਡਕਸ਼ਨ ਵਾਰੰਟ ਵੀ, ਜਦੋਂ ਪੀਪੀ ਸਾਹਿਬ ਨੇ ਅਪੋਜ਼ ਕੀਤਾ ਉਹਨਾਂ ਦੀ ਫਿਜ਼ੀਕਲ ਪ੍ਰੋਡਕਸ਼ਨ ਨੂੰ, ਤੇ ਜੱਜ ਸਾਹਿਬ ਨੇ ਇਹ ਕਿਹਾ ਸੀ ਕਿ ਜਗਤਾਰ ਸਿੰਘ ਹਵਾਰਾ ਦੇ ਫੰਡਾਮੈਂਟਲ ਰਾਈਟਸ ਨੇ, ਉਹਦੇ ਵੀ ਕੋਈ ਰਾਈਟਸ ਨੇ ਕਿ ਉਹ ਆਪਣਾ ਟ੍ਰਾਇਲ ਨੂੰ ਡਿਫੈਂਸ ਦੇ ਤੌਰ ਤੇ ਵਕੀਲ ਨਾਲ ਕੰਸਲਟ ਕਰੇ। ਪਰ ਜਿੱਦਣ 9 ਤਰੀਕ ਨੂੰ ਸਟੇਟ ਨੇ ਉੱਥੇ ਚਿੱਠੀ ਦੇ ਦਿੱਤੀ ਕਿ ਹਾਈ ਰਿਸਕ ਕੈਦੀ ਹੈਗਾ, ਇਹਨੂੰ ਪੇਸ਼ ਨਹੀਂ ਕੀਤਾ ਜਾ ਸਕਦਾ, ਤੇ ਉਸੇ ਜੱਜ ਸਾਹਿਬ ਨੇ ਉਹਨਾਂ ਦੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰਕੇ ਉਹਨਾਂ ਦਾ ਜਿਹੜਾ ਵੀਸੀ ਤੇ ਹੀ ਜਿਹੜਾ ਦੁਬਾਰਾ ਕਰਤਾ, ਵੀਸੀ ਤੇ ਹੀ ਆਰਡਰ ਕਰਤਾ ਕਿ ਉਹਨਾਂ ਦਾ ਚਾਰਜ ਲੱਗਣਾ ਚਾਹੀਦਾ। ਮੀਨਿੰਗ ਦੇਅਰ ਬਾਏ ਕਿ ਸਾਡੀ ਜਿਹੜੀ ਜੁਡੀਸ਼ੀਅਲ ਸਿਸਟਮ ਆ ਉਹ ਵੀ ਕਿਤੇ ਨਾ ਕਿਤੇ ਜਿਹੜਾ ਸਰਕਾਰ ਦੇ ਪੋਲੀਟੀਕਲ ਇਨਫਲੂਐਂਸ ਦੇ ਦਬਾਅ 'ਚ ਆ। ਇੱਕ ਵਾਰੀ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਂਦੇ ਨੇ, ਆਪਣਾ ਹੀ ਆਰਡਰ ਜਿਹੜੇ ਆ ਜੱਜ ਸਾਹਿਬ ਰਿਵਿਊ ਕਰ ਲੈਂਦੇ ਨੇ। ਇਹਦੇ ਵਿੱਚ ਕੋਈ ਦੋ ਰਾਹਾਂ ਨਹੀਂ ਹੈਗੀਆਂ ਕਿ ਜਿਹੜੀ ਪੰਜਾਬ ਸਰਕਾਰ ਹੈ ਜਾਂ ਸੈਂਟਰ ਸਰਕਾਰ ਹੈ ਉਹ ਜਗਤਾਰ ਸਿੰਘ ਹਵਾਰਾ ਦੇ ਫੰਡਾਮੈਂਟਲ ਰਾਈਟਸ 'ਤੇ ਡਾਕਾ ਮਾਰੇ।